ਧੰਨ ਵਾਹਿਗੁਰੂ ਜੀਓ। ਮੈਂ ਬੌਰੀ ਮੇਰਾ RAM ਪਤਾਰ, ਰਚ ਰਚ ਤਾਕੋ ਕਰੋ ਸ਼ਿੰਗਾਰ। ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਮਨ RAM ਪਿਆਰੇ ਜੋਗ। ਰਾਵ ਬਾਦ ਵਿਵਾਦ ਕਾਹੂ ਸਿਉ ਨਾ ਕੀਜੈ, ਰਸਨਾ RAM ਰਸਾਇਨ ਪੀਜੈ। ਅਬ ਜੀ ਜਾਨ ਐਸੀ ਬਨ ਆਈ, ਮਿਲੋਂ ਗੋਪਾਲ ਨਿਸ਼ਾਨ ਬਜਾਈ। ਉਸਤਤ ਨਿੰਦਾ ਕਰੈ ਨਰ ਕੋਈ, ਨਾਮੇ ਸ੍ਰੀ ਰੰਗ ਭੇਟਲ ਸੋਈ। ਉਸਤਤ ਨਿੰਦਾ ਕਰੈ ਨਰ ਕੋਈ, ਨਾਮੇ ਸ੍ਰੀ ਰੰਗ ਭੇਟਲ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਮਿਹਰ ਕਿਰਪਾ ਕੀਤੀ ਹੈ। ਸਤਿਗੁਰੂ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਬੜੇ ਪ੍ਰੇਮ ਇਕਾਗਰਤਾ ਨਾਲ ਸਰਵਣ ਕਰਦਿਆਂ ਹੋਇਆਂ ਆਪ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਰਹੇ ਸੀ। ਗੁਰੂ ਮਿਹਰ ਦਾ ਸਦਕਾ ਆਪਾਂ ਯਤਨ ਕਰਦੇ ਹਾਂ ਇਹਨਾਂ ਦੀਵਾਨਾਂ ਵਿੱਚ ਸਤਿਗੁਰੂ ਦੀ ਪਾਵਨ ਬਾਣੀ ਵਿੱਚੋਂ ਭਗਤ ਨਾਮਦੇਵ ਸਾਹਿਬ ਮਹਾਰਾਜ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਨੂੰ ਸਮਝਣ ਅਤੇ ਵਿਚਾਰਨ ਦੀ ਜਿਸ ਲੜੀ ਤਹਿਤ ਆਪ ਜੀ ਨੇ ਭੈਰੋ ਰਾਗ ਵਿੱਚ ਦਰਜ ਇਸ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1164 ਉੱਪਰ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਸ਼ਬਦ ਦਾ ਰਹਾਉ ਵਾਲਾ ਬੰਦ ਹੈ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ, ਤਨ ਮਨ RAM ਪਿਆਰੇ ਜੋਗ। ਅਜਿਹਾ ਇੱਕ ਸ਼ਬਦ ਭਗਤ ਕਬੀਰ ਸਾਹਿਬ ਮਹਾਰਾਜ ਦਾ ਵੀ ਹੈ, ਜਿੱਥੇ ਉਹ ਫਰਮਾਉਂਦੇ ਹਨ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕਉ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਫਿਰ ਫਰਮਾਉਂਦੇ ਹਨ, ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਬੜੇ ਉੱਤਮ ਵਾਕ ਉੱਤਮ ਬਚਨ ਭਗਤ ਕਬੀਰ ਸਾਹਿਬ ਮਹਾਰਾਜ ਨੇ ਫਰਮਾਏ ਹਨ। ਸੰਖੇਪ ਵਿੱਚ ਪਹਿਲਾਂ ਇਸ ਭਾਵ ਨੂੰ ਸਮਝੀਏ ਕਿ ਨਿੰਦਾ ਤੋਂ ਕੀ ਅਰਥ ਹੈ। ਜਦੋਂ ਕੋਈ ਵਿਅਕਤੀ ਜਾਂ ਇਉਂ ਕਹਿ ਲਓ, ਜਦੋਂ ਕਿਸੇ ਦਾ ਕੋਈ ਕਰਮ
ਬਿਲਕੁਲ ਸ਼ੁੱਧ ਆਤਮਾ ਦੇ ਵਿੱਚੋਂ, ਇਉਂ ਕਹਿ ਲਓ ਸਾਫ਼ ਭਾਵਨਾ ਦੇ ਵਿੱਚੋਂ ਹੋਵੇ ਅਤੇ ਭਲੇ ਹਿੱਤ ਹੋਵੇ, ਕਿਉਂਕਿ ਦੋ ਚੀਜ਼ਾਂ ਮੈਟਰ ਕਰਦੀਆਂ ਹਨ। ਕਿਸੇ ਦੀ ਭਾਵਨਾ ਚੰਗੀ ਹੋਵੇ ਤੇ ਭਾਵਨਾ ਦੇ ਅਨੁਕੂਲ ਕਰਮ ਵੀ ਭਲੇ ਵਾਲਾ ਹੋਵੇ। ਅਜਿਹੇ ਕਰਮ ਦੀ ਤੇ ਅਜਿਹੀ ਭਾਵਨਾ ਦੀ ਜਾਣ ਬੁੱਝ ਕੇ ਹੀ ਬੇਅਦਬੀ ਕਰਨੀ, ਭਾਵ ਉਸ ਨੂੰ ਕਿਸੇ ਆਪਣੇ ਸਵਾਰਥ ਕਰਕੇ ਜਾਂ ਸ਼ਖਸੀ ਟਕਰਾਅ ਕਰਕੇ ਜਾਂ ਹੋਰਨਾਂ ਕਿਸੇ ਤਰ੍ਹਾਂ ਦੇ ਵਿਚਾਰਾਂ ਦੇ ਮਤਭੇਦ ਕਰਕੇ ਫਿਰ ਵੀ ਉਸ ਕਰਮ ਔਰ ਉਸ ਭਾਵਨਾ ਤੇ ਇਲਜ਼ਾਮ ਥੋਪਣਾ, ਉਸ ਨੂੰ ਬਦਨਾਮ ਕਰਨਾ, ਉਸ ਨੂੰ ਮਾੜਾ ਆਖਣਾ, ਉਸ ਦੇ ਵਿਰੁੱਧ ਭੁਗਤਣਾ, ਇਸ ਨੂੰ ਨਿੰਦਾ ਕਿਹਾ ਜਾਂਦਾ ਹੈ। ਮੈਂ ਦੋ ਸ਼ਬਦ ਇਸ ਕਰਕੇ ਵਰਤੇ ਹਨ ਕਿ ਚੰਗੀ ਭਾਵਨਾ ਹੋਵੇ ਤੇ ਕਰਮ ਜਿਹੜਾ ਹੈ ਉਹ ਵੀ ਭਲਾ ਕਰਨ ਵਾਲਾ, ਉਹਦਾ ਰਿਜ਼ਲਟ ਵੀ ਭਲਾਈ ਵਾਲਾ ਹੋਵੇ। ਕਿਉਂਕਿ ਹੋ ਸਕਦਾ ਹੈ, ਮੰਨ ਲਓ ਕੋਈ ਮਨੁੱਖ ਬਿਮਾਰ ਹੈ, ਹੁਣ ਕਿਸੇ ਦੀ ਭਾਵਨਾ ਨੂੰ ਕਲਾ ਨਹੀਂ ਹੈ ਦਵਾਈ ਦੇਣ ਦੀ, ਪਰ ਉਹਦੀ ਭਾਵਨਾ ਚੰਗੀ ਹੈ ਵੀ ਇਹ ਠੀਕ ਹੋ ਜਾਏ, ਤੇ ਦਵਾਈ ਗਲਤ ਦੇ ਦੇਵੇ ਤਾਂ ਉਸ ਬੰਦੇ ਦੀ ਜਾਨ ਤੇ ਜਾਏਗੀ ਨਾ। ਤਾਂ ਭਾਵਨਾ ਚੰਗੀ ਹੈ ਪਰ ਉਸ ਨੂੰ ਸਮਝ ਨਹੀਂ, ਕਰਮ ਕਿਵੇਂ ਹੋਣਾ ਹੈ ਉਸ ਦੀ ਤਕਨੀਕ ਨਹੀਂ, ਉਸ ਦੀ ਸੋਝੀ ਨਹੀਂ, ਉਸ ਕਰਮ ਬਾਰੇ ਉਹ ਅਗਿਆਨਤਾ ਰੱਖਦਾ ਹੈ, ਬੇਸਮਝੀ ਰੱਖਦਾ ਹੈ, ਤਾਂ ਉੱਥੇ ਉਹਦਾ ਕਰਮ ਵੀ ਮੈਟਰ ਕਰੇਗਾ। ਉੱਥੇ ਇਹ ਸਮਝਿਆ ਜਾਏਗਾ ਵੀ ਭਾਵਨਾ ਮਾੜੀ ਨਹੀਂ ਸੀ, ਪਰ ਬੇਸਮਝੀ ਤੇ ਅਗਿਆਨਤਾ ਨੂੰ ਅਪਲਾਈ ਕਰਨਾ ਵੀ ਮੂਰਖਤਾ ਹੈ। ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ, ਇਹ ਗਲਤੀ ਹੈ, ਇਹ ਭੁੱਲ ਹੈ। ਹੁਣ ਜੇ ਮਨੁੱਖ ਦੀ ਭਾਵਨਾ ਗਲਤ ਹੋਵੇ, ਭਾਵਨਾ ਅੰਦਰੋਂ ਮਾੜੀ ਹੋਵੇ, ਤੇ ਕਈ ਵਾਰ ਮਾੜੀ ਭਾਵਨਾ ਵਾਲਾ ਬੰਦਾ ਜਿਹੜਾ, ਜਿਸ ਦੀ ਭਾਵਨਾ ਕਿਸੇ ਪ੍ਰਤੀ ਸਹੀ ਨਹੀਂ, ਉਹ ਦੂਜੇ ਨੂੰ ਝੁਕ ਕੇ ਨਮਸਕਾਰ ਵੀ ਕਰ ਦਿੰਦਾ ਹੈ, ਪਰ ਉਹ ਤੇ ਖੁਦਗਰਜੀ ਕਰਕੇ ਕਰਦਾ ਹੈ, ਅੰਦਰ ਦੇ ਧਰਮ ਕਰਕੇ ਥੋੜ੍ਹਾ ਨਿਉਂਦਾ ਹੈ। ਧਰਮ ਕਰਕੇ ਨਿਉਣਾ ਹੋਰ ਗੱਲ ਹੈ। ਤੇ ਵਕਤੀ ਤੌਰ ਦੇ ਉੱਤੇ ਇਉਂ ਕਹਿ ਲਓ ਕਿ ਕੇਵਲ ਸਵਾਰਥ ਵਾਸਤੇ ਜਾਂ ਦੂਸਰੇ ਦਾ ਸ਼ਿਕਾਰ ਖੇਡਣ ਲਈ ਜਾਂ ਕਿਸੇ ਨੂੰ ਮੂਰਖ ਬਣਾਉਣ ਲਈ ਝੁਕਣਾ, ਜਾਂ ਉਸ ਦੇ ਸਾਹਮਣੇ ਕੁਝ ਨਾ ਕੁਝ ਐਸਾ ਚੰਗਾ ਹੋਣ ਦਾ ਵਿਖਾਵਾ ਕਰਮ ਕਰਨਾ, ਉਸ ਨੂੰ ਸਤਿਗੁਰੂ ਮਹਾਰਾਜ ਨੇ ਬਾਣੀ 'ਚ ਕਿਧਰੇ ਵੀ ਪ੍ਰਵਾਨ ਨਹੀਂ ਕੀਤਾ। ਉਸ ਨੂੰ ਸਿਮਲ ਰੁੱਖ ਨਾਲ ਤਰਜੀਹ ਦਿੱਤੀ ਹੈ ਵੀ ਫੁੱਲ ਵੀ ਫਲ ਵੀ ਵਿਖਾਈ ਦਿੰਦੇ ਹਨ, ਤੇ ਪੰਛੀ ਇਸੇ ਉਮੀਦ ਕਰਕੇ ਆਉਂਦੇ ਨੇ ਵੀ ਫੁੱਲ ਵੀ ਹੈ, ਫਲ ਵੀ ਹੈ ਤੇ ਛਾਂ ਵੀ ਹੈ, ਹੋਰ ਕੀ ਚਾਹੀਦਾ? ਖੁਰਾਕ ਵੀ ਮਿਲੇਗੀ, ਬਸੇਰਾ ਵੀ ਮਿਲੇਗਾ। ਪਰ ਜਦੋਂ ਉਸ ਰੁੱਖ ਦੇ ਉੱਤੇ ਆ ਕੇ ਬੈਠਦੇ ਨੇ ਤੇ ਉੱਥੇ ਵੇਖਦੇ ਨੇ ਵੀ ਜਦੋਂ ਚੱਖ ਕੇ ਫਲ ਫਿੱਕੇ, ਫੁੱਲ ਬਕ-ਬਕੇ, ਕੰਮ ਨਾ ਆ ਮੈਂ ਪਤ, ਵੀ ਫੁੱਲ ਤੇ ਫਲ ਦੋਵੇਂ ਹੀ ਸਵਾਦ ਪੱਖੋਂ ਨਿਕੰਮੇ ਹਨ, ਫਿੱਕੇ ਅਤੇ ਕਸੈਲੇ ਹਨ, ਬਕ-ਬਕੇ ਹਨ, ਤਾਂ ਉਹ ਵਿਚਾਰੇ ਬੇਉਮੀਦ ਹੋ ਜਾਂਦੇ ਨੇ ਵੀ ਵੇਖਣ ਨੂੰ ਕਿੰਨੇ ਸੋਹਣੇ ਫੁੱਲ, ਕਿੰਨੇ ਵਧੀਆ ਫਲ, ਕਿੰਨਾ ਵੱਡਾ ਦਰਖਤ ਹੈ, ਪਰ ਉਸ ਰੁੱਖ ਤੋਂ ਉਹਨਾਂ ਦੀ ਤਸੱਲੀ ਨਹੀਂ ਹੁੰਦੀ, ਕਿਉਂਕਿ ਜੋ ਦਿਸ ਰਿਹਾ ਸੀ ਉਹਦੇ ਤੋਂ ਪ੍ਰਭਾਵ ਹੋਰ ਪਿਆ, ਤੇ ਜਦੋਂ ਉਹਨਾਂ ਨੇ ਉਹਨੂੰ ਖਾ ਕੇ ਵੇਖਿਆ, ਸਵਾਦ ਚੱਖਿਆ, ਉਦੋਂ ਰਿਜ਼ਲਟ ਕੁਝ ਹੋਰ ਨਿਕਲਿਆ। ਤੋ ਇਸ ਤਰ੍ਹਾਂ ਵੀ ਇਹ ਕਈ ਵਾਰ ਹੋ ਜਾਂਦਾ ਹੈ। ਤੋ ਆਪਾਂ ਦੋਵੇਂ ਪੱਖ ਵਿਚਾਰੇ ਨੇ ਵੀ ਜੇ ਭਾਵਨਾ ਤੁਹਾਡੀ ਸਹੀ ਨਹੀਂ ਤੇ ਕਰਮ ਵਿਖਾਵੇ ਵਾਲਾ ਹੋ ਜਾਏ, ਕਿਸੇ ਨੂੰ ਇੰਪ੍ਰੈਸ ਕਰਨ ਲਈ ਕਰ ਲਿਆ, ਪ੍ਰਭਾਵਿਤ ਕਰਨ ਲਈ ਕਰ ਲਿਆ, ਕਿਸੇ ਸਵਾਰਥ ਕਰਕੇ ਕਰ ਲਿਆ, ਜਾਂ ਕੋਈ ਕਿੰਨੀਆਂ ਵੀ ਵਜ੍ਹਾ ਹੋ ਸਕਦੀਆਂ ਨੇ, ਤਾਂ ਹਾਲਾਤ ਦੱਸਦੇ ਨੇ ਬੰਦੇ ਨੇ ਕਿਸ ਵਜ੍ਹਾ ਕਰਕੇ ਕੀਤਾ, ਤਾਂ ਉਹ ਜਿਹੜਾ ਕਰਮ ਹੈ ਉਹ ਵੀ ਭਲੇ ਦੇ ਖਾਤੇ ਵਿੱਚ ਨਹੀਂ ਮੰਨਿਆ ਜਾਂਦਾ। ਜਿਵੇਂ ਮੈਂ ਉਦਾਹਰਨ ਦੇਣਾ, ਮਲਕ ਭਾਗੋ ਬ੍ਰਹਮ ਭੋਜ ਕਰਦਾ ਹੈ। ਬ੍ਰਹਮ ਭੋਜ ਦਾ ਮਤਲਬ ਹੈ ਆਲੇ ਦੁਆਲੇ ਦੇ ਸਾਰੇ ਲੋਕਾਂ ਨੂੰ, ਧਾਰਮਿਕ ਬੰਦਿਆਂ ਨੂੰ, ਸਭਨਾਂ ਨੂੰ ਸੱਦ ਕੇ ਇਹ ਸਾਲ ਵਿੱਚ ਇੱਕ ਦਿਨ ਆਪਣੇ ਪਿਤਰਾਂ ਬਜ਼ੁਰਗਾਂ ਦੇ ਨਾਂ 'ਤੇ ਭੋਜਨ ਛਕਾਉਣਾ। ਪਰ ਜਦੋਂ ਉਹ ਗਰੀਬ ਦੀ ਕਿਰਤ ਲੁੱਟਦਾ ਹੈ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਉਹਦੇ ਪ੍ਰਸ਼ਾਦਾ ਛਕਣ ਤੋਂ ਇਨਕਾਰ ਕਿਉਂ ਕਰਦੇ ਹਨ? ਸਤਿਗੁਰੂ ਨੇ, ਹੁਣ ਕੋਈ ਵੀ ਕਹਿ ਸਕਦਾ ਮਹਾਰਾਜ ਜੇ ਉਹ ਭਲੇ ਦਾ ਕੰਮ ਕਰਨ ਹੀ ਲੱਗਾ ਤੇ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਨਾ। ਮਹਾਰਾਜ ਨੇ ਆਖਿਆ ਨਹੀਂ,
ਇਹ ਤਾਂ ਉਹਦੇ ਹੱਕ 'ਚ ਭੁਗਤ ਜਾਏਗੀ ਗੱਲ। ਉਹਨੂੰ ਕਿਵੇਂ ਪਤਾ ਲੱਗੇਗਾ ਵੀ ਮੇਰਾ ਕਰਮ ਨਖਿੱਧ ਹੈ, ਮੈਂ ਬਾਕੀ ਜਿਹੜੇ ਸਾਲ ਦੇ ਬਾਕੀ ਦਿਨ ਨੇ, ਇੱਕ ਦਿਨ ਤੇ ਬ੍ਰਹਮ ਭੋਜ ਕਰ ਲਿਆ, ਸਾਰਾ ਸਾਲ ਮੈਂ ਲੁੱਟਣ ਦੀ ਬਿਰਤੀ ਛੱਡਦਾ ਨਹੀਂ, ਗਰੀਬਾਂ ਨੂੰ ਖੋਹਦਾ, ਦੂਜਿਆਂ ਦਾ ਹੱਕ ਮਾਰਦਾ, ਨਾਹਕ ਲੋਕਾਂ ਦੇ ਉੱਤੇ ਜ਼ੁਲਮ ਕਰਦਾ, ਫਿਰ ਉਸ ਕਿਰਤ ਕਮਾਈ ਚੋਂ ਥੋੜਾ ਜਿਹਾ ਧਰਮ ਅਰਥ ਦੇ ਕੇ ਬੰਦਾ ਆਪਣੀ ਮਸ਼ਹੂਰੀ ਕਰਾ ਲੈਂਦਾ ਵੀ ਮੈਂ ਬੜਾ ਧਰਮੀ, ਮੈਂ ਬੜਾ ਉੱਚਾ। ਉਹ ਵਿਚਾਰੇ ਸਾਰੀ ਜ਼ਿੰਦਗੀ ਪੀੜ੍ਹੀ ਦਰ ਪੀੜ੍ਹੀ ਇਹਦੀ ਗੁਲਾਮੀ ਕਰਕੇ ਉਹ ਆਪਣਾ ਹੱਕ ਇਹਨੂੰ ਦੇ ਦਿੰਦੇ ਨੇ, ਗਰੀਬ ਨਿਮਾਣੇ ਨਿਤਾਣੇ ਲੋਕ, ਤੇ ਇਹ ਜ਼ਬਰਦਸਤੀ ਉਹਨਾਂ ਦਾ ਹੱਕ ਖੋਹ ਲੈਂਦਾ ਹੈ। ਇਹ ਧਰਮ ਤਾਂ ਨਾ ਹੋਇਆ। ਜੇ ਸੱਚਮੁੱਚ ਹੀ ਦੂਜੇ ਨੂੰ ਛਕਾ ਕੇ ਇਸ ਨੂੰ ਖੁਸ਼ੀ ਮਿਲਦੀ ਹੈ ਤੇ ਫਿਰ ਇਹਨੂੰ ਖੋਹ ਕੇ ਖੁਸ਼ੀ ਨਹੀਂ ਮਿਲਣੀ ਚਾਹੀਦੀ। ਸੁਭਾਅ ਤਾਂ ਇਹੀ ਚਾਹੀਦਾ ਨਾ, ਇੱਕ ਪਾਸੇ ਬੰਦੇ ਨੂੰ ਖੋਹ ਕੇ ਖੁਸ਼ੀ ਮਿਲਦੀ ਹੈ, ਦੂਜੇ ਪਾਸੇ ਖਵਾ ਕੇ ਮਿਲਦੀ ਹੈ, ਤੇ ਇਹਨੂੰ ਦੰਭ ਹੀ ਕਿਹਾ ਜਾਏਗਾ, ਇਸ ਨੂੰ ਧਰਮ ਤੇ ਨਹੀਂ ਨਾ ਕਿਹਾ ਜਾ ਸਕਦਾ। ਖੋਣਾ ਜ਼ਿਆਦਾ ਚਿਰ ਹੈ ਤੇ ਦੇਣਾ ਇੱਕ ਦਿਨ ਹੈ। ਹੁਣ ਇਹ ਜਿਹੜੀ ਬਿਰਤੀ ਸਤਿਗੁਰੂ ਮਹਾਰਾਜ ਨੇ ਆਖਿਆ ਨਹੀਂ, ਇਹ ਨਹੀਂ ਚਾਹੀਦਾ। ਤੂੰ ਭਲੇ ਹੀ ਬ੍ਰਹਮ ਭੋਜ ਨਾ ਕਰ, ਪਰ ਤੂੰ ਕਿਸੇ ਦਾ ਹੱਕ ਨਾ ਮਾਰ। ਤਾਂ ਉਹ ਜਿਹੜੀ ਚੀਜ਼ ਉਹਨੂੰ ਵਿਖਾਵੇ ਦੇ ਵਿੱਚ ਗਿਣਿਆ। ਹੁਣ ਸਤਿਗੁਰੂ ਇਸੇ ਨੂੰ ਹੀ ਬਾਣੀ ਦੇ ਵਿੱਚ ਕਹਿੰਦੇ ਹਨ ਵੀ ਬਿਰਤੀ ਜਿਹੜੀ ਹੈ, ਜੇ ਉਹ ਚੰਗੀ ਹੈ, ਕਰਮ ਭਲੇ ਵਾਲਾ ਹੈ, ਫਿਰ ਵੀ ਕੋਈ ਬੰਦਾ ਸ਼ਖਸੀ ਟਕਰਾਅ ਕਰਕੇ, ਵਿਚਾਰਾਂ ਦੇ ਮਤਭੇਦ ਕਰਕੇ ਜਾਂ ਕਿਸੇ ਹੋਰ ਵਜ੍ਹਾ ਕਰਕੇ ਉਸ ਦੀ ਨਖੇਧੀ ਕਰਦਾ ਹੈ ਤਾਂ ਉਹ ਨਿੰਦਾ ਹੈ। ਹੁਣ ਦੂਜੇ ਪਹਿਲੂ ਵੱਲ ਵੀ ਆਈ ਹੈ। ਬਾਣੀ ਵਿੱਚ ਦੋ ਲਫ਼ਜ਼ ਇਕੱਠੇ ਆਉਣਗੇ, ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਬਨ। ਨਿੰਦਾ ਦਾ ਆਪਾਂ ਵਿਚਾਰ ਲਿਆ, ਪਹਿਲਾ ਪਹਿਲੂ ਉਸਤਤ ਦਾ ਵੀ ਮਨੁੱਖ ਦੀ ਭਾਵਨਾ ਵੀ ਸਹੀ ਨਹੀਂ, ਕਰਮ ਵੀ ਸਹੀ ਨਹੀਂ, ਜਾਂ ਕਰਮ ਵਿਖਾਵੇ ਵਾਲਾ ਹੈ, ਭਾਵਨਾ ਚੰਗੀ ਨਹੀਂ, ਤੇ ਕੇਵਲ ਇਸ ਕਰਕੇ ਹੀ ਉਹਦੀ ਉਸਤਤੀ ਕਰੀ ਜਾਏ ਬੰਦਾ ਵੀ ਇਹ ਜੀ ਮੇਰੇ ਦਾਇਰੇ ਦਾ ਬੰਦਾ ਹੈ, ਮੇਰੀ ਬਰਾਦਰੀ ਦਾ ਹੈ, ਮੇਰੇ ਧਰਮ ਦਾ ਹੈ, ਮੇਰੇ ਵਰਗਾ ਪਹਿਰਾਵਾ ਪਾਉਂਦਾ ਹੈ, ਮੇਰੇ ਵਰਗੀ ਬੋਲੀ ਬੋਲਦਾ ਹੈ, ਜਾਂ ਮੇਰੀ ਇਹਦੇ ਨਾਲ ਬਣਦੀ ਹੈ, ਜਾਂ ਮੇਰੇ ਇਹਦੇ ਨਾਲ ਬਾਕੀ ਵਿਚਾਰ ਰਲਦੇ ਨੇ। ਤੇ ਇਹਦਾ ਮਤਲਬ ਤੁਸੀਂ ਗਲਤ ਦੇ ਹੱਕ ਵਿੱਚ ਖਲੋਤੇ ਹੋ, ਭੁਗਤਦੇ ਹੋ। ਫਿਰ ਉਹ ਇਕੱਲਾ ਨਹੀਂ ਗਲਤ ਕਰਨ ਵਾਲਾ, ਤੁਸੀਂ ਵੀ ਉਸ ਦੇ ਨਾਲ ਹੋ। ਉਹ ਜਿਹੜੀ ਉਸਤਤ ਹੈ ਜਿਹਦਾ ਕੋਈ ਆਧਾਰ ਹੀ ਨਹੀਂ, ਜਿਹੜੀ ਹਵਾ 'ਚ ਹੀ ਹੋ ਰਹੀ ਹੈ, ਥੱਲੇ ਕੋਈ ਭਾਵਨਾ ਚੰਗੀ ਨਹੀਂ ਜਿਹਦੀ ਵਡਿਆਈ ਕੀਤੀ ਜਾਏ, ਕਰਮ ਚੰਗਾ ਨਹੀਂ ਜਿਹਦੀ ਵਡਿਆਈ ਕੀਤੀ ਜਾਏ, ਕੇਵਲ ਗੱਲੀ ਬਾਤੀ ਤੁਸੀਂ ਉਸ ਨੂੰ ਵਡਿਆਉਣ ਤੇ ਤੁੱਲੇ ਹੋਏ ਹੋ, ਉਹ ਹੈ ਫੋਕੀ ਉਸਤਤ। ਉਸ ਨੂੰ ਅਸੀਂ ਆਮ ਸਧਾਰਨ ਭਾਸ਼ਾ ਵਿੱਚ ਚਾਪਲੂਸੀ ਕਹਿ ਦਿੰਦੇ। ਤਾਂ ਉਸ ਦੇ ਬੜੇ ਲੋਕਾਂ ਨਾਮ ਰੱਖੇ ਨੇ। ਉਸ ਉਸਤਤ ਤੇ ਨਿੰਦਾ ਨੂੰ ਤਿਆਗਣ ਦੀ ਗੱਲ ਹਜ਼ੂਰ ਨੇ ਬਾਣੀ 'ਚ ਕਹੀ। ਉਸਤਤ ਨਿੰਦਾ ਦੂ ਤਿਆਗੈ ਖੋਜੈ ਪਦ ਨਿਰਬਾਨ। ਹੁਣ ਮਹਾਰਾਜ ਇਸ ਜਗ੍ਹਾ ਦੇ ਉੱਤੇ ਜਦੋਂ ਨਿੰਦਾ ਦੀ ਗੱਲ ਕਰਦੇ ਨੇ, ਕਬੀਰ ਸਾਹਿਬ ਦੀ ਭਾਵਨਾ ਕਿੰਨੀ ਉੱਚੀ ਤੇ ਸੁੱਚੀ ਹੈ, ਪਵਿੱਤਰ ਹੈ, ਕਰਮ ਕਿੰਨਾ ਉੱਚਾ ਹੈ। ਫਿਰ ਵੀ ਬਹੁਤ ਲੋਕ ਸਨ, ਥੋੜੇ ਨਹੀਂ, ਬਹੁਤ ਲੋਕ ਹੋਣਗੇ ਜਿਹੜੇ ਕਬੀਰ ਸਾਹਿਬ ਨੂੰ ਉਹਨਾਂ ਸਮਿਆਂ 'ਚ, ਵੇਖੋ ਸਮੇਂ ਬਦਲ ਗਏ, ਸਦੀਆਂ ਹੋ ਗਈਆਂ, ਉਹਨਾਂ ਦੀ ਸ਼ਖਸੀਅਤ ਨੂੰ ਦੁਨੀਆ ਨੇ ਪੜ੍ਹਿਆ, ਉਹਨਾਂ ਦੀ ਬਾਣੀ ਨੂੰ ਪੜ੍ਹਿਆ, ਲੋਕ ਹੌਲੀ ਹੌਲੀ ਵਿਚਾਰਾਂ ਦੇ ਨਾਲ ਜੁੜਦੇ ਗਏ। ਅੱਜ ਕਬੀਰ ਸਾਹਿਬ ਜੀ ਨੂੰ ਮੰਨਣ ਵਾਲੀ ਇੱਕ ਬੜੀ ਤਕੜੀ ਸੰਗਤ ਹੈ, ਪ੍ਰਭਾਵਸ਼ਾਲੀ ਇੱਕ ਦਾਇਰਾ ਹੈ ਉਹਨਾਂ ਦਾ। ਪਰ ਜਿਨ੍ਹਾਂ ਸਮਿਆਂ ਦੇ ਵਿੱਚ ਭਗਤ ਜੀ ਖੱਡੀ ਚਲਾ ਕੇ ਤੇ ਬੜੇ ਕੱਖਾਂ ਦੀ ਛਪਰੀ ਵਿੱਚ ਰਹਿ ਕੇ, ਗਰੀਬੀ ਗੁਰਬਤ ਨਾਲ ਘੁਲਦਿਆਂ, ਉੱਚੀਆਂ ਜਾਤਾਂ ਵਾਲਿਆਂ ਦੀ ਹੈਂਕੜ ਸਹਿੰਦਿਆਂ, ਬਨਾਰਸ ਵਰਗੇ ਕਰਮਕਾਂਡੀ ਸ਼ਹਿਰ ਦੇ ਵਿੱਚ, ਨਗਰੀ ਦੇ ਵਿੱਚ, ਪੁਰੀ ਦੇ ਵਿੱਚ ਰਹਿ ਕੇ ਉੱਥੋਂ ਦੇ ਕਰਮਕਾਂਡਾਂ ਤੇ ਉੱਚੀਆਂ ਜਾਤਾਂ ਤੇ ਹੋਰ ਬਾਕੀ ਸਾਰੇ ਧਾਰਮਿਕ, ਰਾਜਨੀਤਿਕ, ਸਥਾਪਿਤ ਲੋਕਾਂ ਵੱਲੋਂ ਜਿਹੜੀਆਂ ਮੁਸ਼ਕਿਲਾਂ ਖੜੀਆਂ ਹੁੰਦੀਆਂ ਸਨ, ਉਹਨਾਂ ਨੂੰ ਬਰਦਾਸ਼ਤ ਕਰਦਿਆਂ ਜਦੋਂ ਆਪਣਾ ਜੀਵਨ ਜੀ ਰਹੇ ਸਨ, ਵੇਖੋ ਬਾਅਦ ਵਿੱਚ ਨਾ ਉਹ ਰਾਜੇ ਰਹੇ, ਨਾ ਉਹ ਤਕੜੀਆਂ ਧਿਰਾਂ ਰਹੀਆਂ, ਬਦਲ ਗਏ। ਮਗਰੋਂ ਤਾਂ ਹਰ ਕੋਈ ਕਹਿ ਸਕਦਾ ਸੀ ਕਬੀਰ ਸਾਹਿਬ ਬੜੇ ਮਹਾਨ ਨੇ, ਸੱਚੀ। ਪਰ ਜਦੋਂ ਐਨ ਮੌਕਾ ਸੀ ਨਾ, ਹਰ ਬੰਦੇ ਨੇ ਆਪਣਾ ਪੱਖ ਵਿਚਾਰਿਆ ਹੋਣਾ ਵੀ ਐਵੇਂ ਇੰਨੀ ਗੱਲ ਕਹਿ ਕੇ ਵੀ ਕਬੀਰ ਸਾਹਿਬ ਬੜੇ ਭਲੇ ਬੰਦੇ ਨੇ, ਐਵੇਂ ਅਮੀਰਾਂ ਨੂੰ ਗਾਲੀ ਨਾ ਪਵਾ ਲਈਏ, ਚੋਪੀ ਚੰਗੀ ਹੈ। ਹੁੰਦਾ ਤੇ ਇਸ ਤਰ੍ਹਾਂ ਹੀ ਹੈ ਨਾ ਜੀ। ਜਦੋਂ ਐਨ ਤੁਹਾਡੇ ਸਾਹਮਣੇ ਮੌਕਾ ਹੈ, ਇੱਕ ਪਾਸੇ ਕਬੀਰ ਸਾਹਿਬ ਨੇ, ਇੱਕ ਪਾਸੇ ਉੱਚੀਆਂ ਜਾਤਾਂ ਜਾਂ ਰਾਜਨੀਤਿਕ ਸੱਤਾਧਾਰੀ ਧਾਰਮਿਕ ਲੋਕ ਨੇ,
ਉਦੋਂ ਜਦੋਂ ਨਾਲ ਖਲੋਣ ਦੀ ਗੱਲ ਆਉਂਦੀ ਉਦੋਂ ਬੰਦਾ ਕਹਿੰਦਾ ਐਵੇਂ ਆਪਣੇ ਗਾਲੀ ਨਾਲ ਲੜਾਈ ਪਵਾ ਲਈਏ। ਕਬੀਰ ਜੀ ਥੋੜ੍ਹੇ ਜਿਹੇ ਆਲਾ ਟਾਲਾ ਕਰ ਜਾਣ ਕੀ ਫਰਕ ਪੈਂਦਾ। ਉਦੋਂ ਬੰਦਾ 100 ਦਲੀਲ ਆਪਣੇ ਹੱਕ ਵਿੱਚ ਕੱਢਦਾ ਹੈ। ਉਦੋਂ ਕਬੀਰ ਜੀ ਨਾਲ ਖਲੋਣਾ ਬਹੁਤ ਕਠਿਨ ਹੈ। ਹਾਂ, ਸਦੀਆਂ ਬਾਅਦ ਆਪਾਂ ਸਾਰੇ ਖਲੋਤੇ ਹਾਂ, ਪਰ ਸਾਰੇ ਕਹਿੰਦੇ ਨਹੀਂ, ਪੁਜਾਰੀ ਗਲਤ ਸਨ, ਧਾਰਮਿਕ ਸੰਸਥਾਵਾਂ ਤੇ ਕਾਬਜ ਬੰਦੇ ਗਲਤ ਸਨ, ਰਾਜਨੀਤਿਕ ਲੋਕ ਗਲਤ ਸਨ, ਉੱਚੀਆਂ ਜਾਤਾਂ ਵਾਲੇ ਹੰਕਾਰੀ ਸਨ। ਤੇ ਉਹ ਹੰਕਾਰ ਸਾਡੇ ਅੰਦਰ ਵੀ ਹੈ। ਐਸਾ ਨਹੀਂ ਵੀ ਉਹੀ ਗਲਤ ਸਨ ਜਿਹੜੇ ਕਬੀਰ ਸਾਹਿਬ ਵੇਲੇ ਹੋਏ ਵੀ ਉਹ ਗਲਤ ਨੇ, ਚਲੋ ਜੀ ਮਾਰ ਖੱਪ ਗਏ, ਗੱਲ ਖਤਮ ਹੋ ਗਈ। ਹੰਕਾਰ ਤੇ ਅੱਜ ਵੀ ਹੈ, ਸਾਡੇ ਵਿੱਚ ਵੀ ਉਹੀ ਹੈ, ਸਾਡੇ ਅੰਦਰ ਵੀ ਉਹੀ ਬਿਰਤੀ ਹੈ। ਤੋ ਕਬੀਰ ਸਾਹਿਬ ਜੀ ਦੇ ਜਾਂ ਭਗਤ ਨਾਮਦੇਵ ਸਾਹਿਬ ਜੀ ਦੇ ਸਾਹਮਣੇ ਜਿਹੜੀ ਸਿਚੁਏਸ਼ਨ ਹੈ, ਜਿਹੜੇ ਹਾਲਾਤ ਨੇ, ਉਹ ਕਿੰਨੇ ਪੇਚੀਦਾ ਨੇ। ਮੈਂ ਇਹਨਾਂ ਭਗਤ ਸਾਹਿਬਾਨਾਂ ਦੇ ਦੋਨਾਂ ਦੇ ਜਦੋਂ ਇਹ ਸ਼ਬਦ ਰਲਾ ਕੇ ਪੜ੍ਹਦਾ, ਜਿਹੜਾ ਮੈਂ ਪਹਿਲੋਂ ਭਗਤ ਕਬੀਰ ਸਾਹਿਬ ਮਹਾਰਾਜ ਦਾ ਪੜ੍ਹਿਆ ਹੈ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਤੋ ਇਹਨਾਂ ਸ਼ਬਦਾਂ ਦੇ ਵਿੱਚੋਂ ਸਾਨੂੰ ਇੱਕ ਟੋਹ ਮਿਲਦੀ ਹੈ ਵੀ ਉਹਨਾਂ ਸਾਹਮਣੇ ਕੀ ਹੋ ਰਿਹਾ, ਲੋਕ ਉਹਨਾਂ ਨਾਲ ਕੀ ਕੁਝ ਕੀ ਕੁਝ ਉਹਨਾਂ ਨੂੰ ਕਹਿੰਦੇ ਹੋਣਗੇ, ਕੀ ਕੁਝ ਉਹਨਾਂ ਨੂੰ ਆਖਦੇ ਹੋਣਗੇ। ਤਾਂ ਉਹ ਸਮੇਂ ਸਨ ਜਦੋਂ ਆਮ ਬੰਦੇ ਦਾ ਤਾਂ ਕੋਈ ਰਾਈਟ ਵੀ ਨਹੀਂ ਸੀ ਨਾ। ਹੁਣ ਤੇ ਅਗਲੇ ਉਸੇ ਵੇਲੇ ਵੀਡੀਓ ਦਾ ਇੱਕ ਲਫ਼ਜ਼ ਚੁੱਕਦੇ ਨੇ ਤੇ ਅਦਾਲਤ ਚੱਲ ਜਾਂਦੇ ਨੇ ਜੀ, ਮਾਨਹਾਨੀ ਦਾ ਕੇਸ ਕਰਾਂਗੇ। ਉਦੋਂ ਕਿੰਨੇ ਕਿੱਥੇ ਜਾਣਾ ਸੀ? ਉਦੋਂ ਤਾਂ ਕੋਈ ਇਹੋ ਜਿਹਾ ਮਸਲਾ ਹੀ ਨਹੀਂ ਸੀ ਨਾ। ਕਿਸੇ ਮਨੁੱਖ ਦੇ ਬੋਲਣ ਦੇ ਅਧਿਕਾਰ ਨਹੀਂ ਸਨ ਤੈਅ, ਕਿਸੇ ਦੇ ਤੁਰਨ ਫਿਰਨ ਦੇ ਪਹਿਨਣ ਦੇ ਅਧਿਕਾਰ ਨਹੀਂ ਸਨ ਤੈਅ, ਕਿਸੇ ਦੇ ਖਾਣ ਦੇ ਅਧਿਕਾਰ ਨਹੀਂ ਸਨ ਤੈਅ, ਕੋਈ ਕਿੱਥੇ ਜਾ ਸਕਦਾ ਨਹੀਂ ਜਾ ਸਕਦਾ ਇਹ ਅਧਿਕਾਰ ਨਹੀਂ ਸਨ ਤੈਅ, ਕੁਝ ਵੀ ਤੈਅ ਨਹੀਂ ਸੀ। ਤਕੜੇ ਦਾ 27 20 ਹੀ 100 ਹੈ। ਉਹਨਾਂ ਸਮਿਆਂ 'ਚ ਹੁਣ ਭਗਤ ਨਾਮਦੇਵ ਸਾਹਿਬ ਜੀ ਨੂੰ ਜੋ ਮਰਜ਼ੀ ਕੋਈ ਬੋਲ ਜਾਏ, ਜੋ ਮਰਜ਼ੀ ਕੋਈ ਕਹਿ ਜਾਏ, ਜੋ ਮਰਜ਼ੀ ਕੋਈ ਆਖਦਾ। ਦੋ ਹੀ ਤਰੀਕੇ ਨੇ, ਜਾਂ ਤਾਂ ਅਗਲੇ ਨਾਲ ਲੱਠ ਚੁੱਕ ਕੇ ਲੜੋ, ਪਰ ਕਿਹਦੇ ਨਾਲ ਲੜੋਗੇ, ਤੇ ਜਾਂ ਫਿਰ ਆਪਣੇ ਜਾਂ ਦੂਜਾ ਤਰੀਕਾ ਹੈ ਵੀ ਜਾਂ ਫਿਰ ਅੰਦਰੋਂ ਦੁਖੀ ਹੁੰਦੇ ਰਹੋ, ਖੂੰਜੇ ਲੱਗ ਕੇ ਦੁਖੀ ਹੋਈ ਜਾਓ, ਰੋਈ ਜਾਓ ਵੀ ਮੈਨੂੰ ਐਵੇਂ ਕਿਹਾ, ਆਹ ਹੋ ਗਿਆ, ਆਹ ਹੋ ਗਿਆ। ਇਹ ਹੱਲ ਕੋਈ ਨਹੀਂ। ਤੇ ਸਭ ਤੋਂ ਉੱਚੀ ਆਤਮਿਕ ਅਵਸਥਾ ਭਗਤ ਜੀ ਨੇ ਕੀ ਦੱਸੀ? ਆਪਣੀ ਸਹਿਨਸ਼ੀਲਤਾ ਇਸ ਦਰਜੇ ਦੀ ਕਰ ਲਓ ਵੀ ਤੁਹਾਡੀ ਸਹਿਨਸ਼ੀਲਤਾ, ਤੁਹਾਡਾ ਧੀਰਜ ਹੀ ਤੁਹਾਡੀ ਢਾਲ ਬਣ ਜਾਏ। ਧੰਨ ਗੁਰੂ ਅਰਜਨ ਸਾਹਿਬ ਦਾ ਆਪਾਂ ਇੱਕ ਵਾਕ ਪੜ੍ਹਦੇ ਹਾਂ, ਗਰੀਬੀ ਗਦਾ ਹਮਾਰੀ। ਗੁਰਜ ਹੁੰਦੀ ਹੈ, ਲੜਾਕਿਆਂ ਕੋਲ ਲੜਨ ਲਈ ਹਥਿਆਰ ਹੁੰਦਾ, ਉਹਦੇ ਵਿੱਚ ਗੁਰਜ ਹੁੰਦੀ, ਗਦਾ ਕਹਿੰਦੇ ਨੇ। ਕਹਿੰਦੇ ਨਿਮਰਤਾ ਹੀ ਮੇਰੀ ਗਦਾ ਹੈ, ਮੈਂ ਕਿਸੇ ਤੇ ਲੱਠ ਨਹੀਂ ਚੁੱਕਦਾ, ਕੌੜਾ ਬੋਲ ਨਹੀਂ, ਮੇਰੀ ਨਿਮਰਤਾ ਹੀ ਮੇਰਾ ਹਥਿਆਰ। ਖੰਨਾ ਸਗਲ ਰੇਨ ਸ਼ਾਰੀ, ਮੇਰੇ ਕੋਲ ਖਾਕ ਹੋ ਕੇ ਨਿਰਮਾਣਤਾ ਜਿਹੜੀ ਹੈ ਨਾ, ਵੀ ਸਭ ਕੁਝ ਹੁੰਦਿਆਂ ਵੀ ਉਹਦਾ ਮਾਣ ਗਰੂਰ ਨਹੀਂ ਕਰਨਾ। ਤਾਣ ਹੁੰਦਾ ਹੋਏ ਨਿਤਾਣਾ ਵਾਲੀ ਜਿਹੜੀ ਅਵਸਥਾ ਹੈ, ਇਹ ਮੇਰੇ ਹੱਥ ਵਿੱਚ 2 ਧਾਰਾ ਖੰਡ ਹੈ। ਇਸ ਆਗੈ ਕੋ ਨਾ ਟਿਕੈ ਵੇਕਾਰੀ। ਗੁਰ ਪੂਰਾ ਇਹ ਗੱਲ ਸਾਰੇ, ਕੋਈ ਹੰਕਾਰੀ, ਕੋਈ ਵਕਾਰੀ, ਕੋਈ ਮੰਦੇ ਅਮਲ ਇਹਦੇ ਅੱਗੇ ਟਿਕਦਾ ਹੀ ਨਹੀਂ। ਤੋ ਵਾਕ ਇੱਥੇ ਕੀ ਹਨ? ਭਗਤ ਜੀ ਜਦੋਂ ਭਗਤ ਕਬੀਰ ਸਾਹਿਬ ਦਾ ਆਪਾਂ ਸ਼ਬਦ ਪੜ੍ਹਿਆ, ਉਹ ਤਾਂ ਇੱਥੋਂ ਤੱਕ ਕਹਿੰਦੇ ਨਿੰਦਾ ਕਰੇ ਸੋ ਹਮਰਾ ਮੀਤ, ਮੇਰਾ ਮਿੱਤਰ ਹੀ ਹੈ, ਕੋਈ ਨਹੀਂ। ਨਿੰਦਕ ਮਾਏ ਮਹਾਰਾਜ ਜੀ ਕਹਿੰਦੇ ਫਿਰ ਐਸੀ ਗੱਲ ਨਹੀਂ, ਮੈਂ ਉਹਦੀ ਗੱਲ ਧਿਆਨ ਨਾਲ ਸੁਣਦਾ, ਚਿੱਤ ਲਾ ਕੇ ਸੁਣਦਾ। ਇਹ ਨਹੀਂ ਵੀ ਮੈਂ ਇਹ ਸੋਚਦਾ ਕੀ ਕਹਿੰਦਾ ਭਲਾ, ਫਿਰ ਇਹਦਾ ਮੈਂ ਤੋੜ ਕੀ ਲੱਭਾਂ। ਨਹੀਂ, ਮੈਂ ਕੋਈ ਪ੍ਰਾਪੋਗੰਡਾ ਕਰਨ ਲਈ ਨਹੀਂ ਸੁਣਦਾ। ਮੈਂ ਤਾਂ ਇਸ ਕਰਕੇ ਸੁਣਦਾ ਵੀ ਜਿਹੜੀ ਗੱਲ ਇਹ ਕਹਿੰਦਾ ਸੱਚਮੁੱਚ ਹੀ ਕਿਤੇ ਮੇਰੇ ਜੀਵਨ 'ਚੋਂ ਕਮੀ ਤੇ ਨਹੀਂ, ਜੇ ਹੋਵੇ ਤਾਂ ਮੈਂ ਦੂਰ ਕਰ ਲਵਾਂ। ਇਸੇ ਕਰਕੇ ਉਹਨਾਂ ਕਿਹਾ ਨਿੰਦਕ ਹਮਰੇ ਕੱਪੜੇ ਧੋਏ। ਮੈਲੇ ਕੱਪੜੇ ਆਪਾਂ ਲਾਹ ਦਈਏ ਤੇ ਜਿਹੜਾ ਉਹਨੂੰ ਧੋਂਦਾ ਮੈਲ ਤਾਂ ਉਹ ਕੱਢਦਾ ਹੈ ਨਾ, ਜਿਹਨੇ ਧੋਣੇ ਮੈਲ ਤਾਂ ਉਹਨੇ ਕੱਢਣੀ ਹੈ ਨਾ। ਕਹਿੰਦੇ ਐਵੇਂ ਨਿੰਦਕ ਤਾਂ ਮੈਂ ਸਮਝਦਾ ਵੀ ਮੇਰਾ ਮਿੱਤਰ ਹੈ, ਮੇਰੇ ਕੱਪੜੇ ਧੋਂਦਾ ਹੈ, ਮੇਰੀ ਮੈਲ ਕੱਢਦਾ ਜੀਵਨ ਦੀ, ਉਹ ਮੇਰੇ ਬਾਰੇ ਦੱਸਦਾ ਹੈ ਕਬੀਰ ਆਹ ਕਰਦੇ ਹਨ, ਕਬੀਰ ਜੀ ਆਹ ਕਰਦੇ ਹਨ, ਕਬੀਰ ਜੀ 'ਚ ਆਹ ਉਗਣ ਹੈ, ਕਬੀਰ ਜੀ 'ਚ ਆਹ ਉਗਣ ਹੈ। ਤੇ ਮੈਂ ਬੜੇ ਧਿਆਨ ਨਾਲ ਸੁਣਦਾ ਵੀ ਵੇਖਾਂ ਤੇ ਸਹੀ ਕਿਤੇ ਸੱਚ ਹੀ ਤੇ ਨਹੀਂ ਕਹਿੰਦਾ। ਪਹਿਲੋਂ ਉਹਦੀ ਗੱਲ ਸੁਣ ਕੇ ਮੈਂ ਕਿਸੇ ਕੋਲ ਨਹੀਂ ਜਾਂਦਾ, ਨਾ ਮੈਂ ਕਿਸੇ ਨੂੰ ਸ਼ਿਕਾਇਤ ਕਰ, ਮੈਂ ਸਭ ਤੋਂ ਪਹਿਲਾਂ ਆਪਣੇ ਝਾਤ ਮਾਰਦਾ ਵੀ ਸੱਚਮੁੱਚ ਤੇਰੇ 'ਚ ਉਗਣ ਤੇ ਨਹੀਂ। ਜਦੋਂ ਮੈਨੂੰ ਲੱਗਦਾ ਵੀ ਉਹਦੀ ਗੱਲ ਕਿਤੇ ਸੱਚ ਨਾ ਹੋ ਜਾਏ, ਮੈਂ ਆਪਣੇ ਆਪ ਨੂੰ
ਪਛਾਣਦਾ, ਉਜਲਾ ਕਰਦਾ। ਤੇ ਜਦੋਂ ਮੈਨੂੰ ਤਸੱਲੀ ਹੁੰਦੀ ਹੈ ਨਹੀਂ ਨਹੀਂ ਮੇਰੇ 'ਚ ਔਗਣ ਨਹੀਂ, ਤੇ ਮੈਂ ਆਪਣੇ ਮਨ ਹੀ ਮਨ ਸੋਚਦਾ ਵਿਚਾਰਾ ਕਿੰਨੀ ਮਿਹਨਤ ਕਰਦਾ, ਝੱਖਾ ਮਾਰਦਾ, ਜਿਹੜੀ ਗੱਲ ਇਹ ਕਹਿੰਦਾ ਉਹ ਹੈ ਵੀ ਸੱਚ ਨਹੀਂ, ਝੂਠੇ ਬੰਦੇ ਦਾ ਕੀ ਹੈ। ਤਾਂ ਫਿਰ ਮੈਨੂੰ ਉਹਦੇ ਤਰਸ ਆਉਂਦਾ ਵੀ ਵਿਚਾਰਾ ਕਿਹੜੇ ਕੰਮੇ ਲੱਗੇ, ਵੀ ਹਵਾ 'ਚ ਇੱਕ ਗੰਦਗੀ ਦਾ ਢੇਰ ਉਸਾਰਦਾ। ਪਹਿਲੀ ਤਾਂ ਗੱਲ ਇਹ ਲੱਭਦਾ ਹੀ ਵੇਖੋ ਕੀ ਹੈ ਹਰ ਬੰਦੇ ਦੇ ਜੀਵਨ 'ਚੋਂ, ਕੋਈ ਗੁਣ ਲੱਭਣ ਦੀ ਬਜਾਏ ਕੋਈ ਚੰਗਿਆਈ ਲੱਭਣ ਦੀ, ਇਹ ਲੱਭਦਾ ਕੀ ਹੈ ਵੀ ਇਹਨੂੰ ਜਿਹੜਾ ਮਿਲੇਗਾ ਉਹਦੀ ਗੰਦਗੀ ਫਰੋਲੇਗਾ। ਕੀ ਬਿਰਤੀ ਹੋਈ ਹੈ 24 ਘੰਟੇ, ਸੁਰਤ ਕਿੱਥੇ ਲੱਗੀ ਹੋਈ ਹੈ, ਮਨ ਕਿੱਥੇ ਲੱਗਿਆ ਹੋਇਆ, ਬਿਰਤੀ ਕਿੱਥੇ ਲੱਗੀ ਹੋਈ ਹੈ। ਤੇ ਜੇ ਉਹਦੇ 'ਚ ਹੋਣ ਵੀ ਤੇ ਤੂੰ ਉਹਨੂੰ ਸਵਾਰਨ ਲਈ ਕੀ ਕੀਤਾ ਹੈ, ਸਿਵਾਏ ਭੰਡਣ ਤੋਂ ਉਹਨੂੰ ਸਵਾਰਨ ਲਈ ਤੂੰ ਕੀਤਾ ਕੀ ਹੈ, ਭੰਡੀ ਕੀਤੀ ਹੈ। ਜਿਹਦੇ ਕੋਲ ਬੈਠੇ ਜਿੱਥੇ ਗਏ ਉੱਥੇ ਜਾ ਕੇ ਕੋਈ ਵਿਖਾੜਾ ਪਾਇਆ, ਮੈਂ ਫਲਾਣੇ ਬੰਦੇ ਨੂੰ ਮਿਲਿਆ ਸੀ, ਬੜਾ ਭੈੜਾ ਬੰਦਾ, ਬੜਾ ਭੈੜਾ ਬੰਦਾ। ਅੱਛਾ, ਇਹ ਮਤਲਬ ਜਿਵੇਂ ਚੱਲਦੀ ਫਿਰਦੀ ਅਖਬਾਰ ਹੈ ਨਾ, ਉੱਥੇ ਤੇ ਇੱਕ ਦਿਨ ਖਬਰ ਛਪੀ ਤੇ ਅਗਲੇ ਦਿਨ ਨਵੀਂ ਅਖਬਾਰ ਆ ਗਈ ਤੇ ਪਹਿਲੀ ਨੂੰ ਲੋਕ ਭੁੱਲ ਗਏ। ਇਹ ਬੰਦਾ ਚੱਲਦੀ ਫਿਰਦੀ ਅਖਬਾਰ, ਇਹਦੀਆਂ ਪੇਟੈਂਟ ਖਬਰਾਂ ਨੇ, ਪੱਕੀਆਂ ਖਬਰਾਂ ਜਿਹੜੀਆਂ ਇੱਕ ਤੋਂ ਦੂਜੀ ਹਰ ਬੰਦੇ ਨੂੰ ਪੜ੍ਹਾਉਂਦੇ ਫਿਰਨਾ। ਮਲਟੀਮੀਡੀਆ ਬਣ ਗਿਆ ਬੰਦਾ, ਕਿੰਨਾ ਖਿਆਲ ਰੱਖਦਾ ਹੈ, ਕਿੰਨਾ ਪ੍ਰਚਾਰ ਕਰਦਾ ਹੈ ਹਰ ਇੱਕ ਗੱਲ ਦਾ, ਫਲਾਣੇ ਚਾਹ ਟਮਕਾਣੇ ਚਾਹ, ਤੀਜੇ ਕੋਲ ਚੌਥੇ ਕੋਲ, ਇਹੀ ਕੰਮ ਹੈ ਬਸ। ਹੁਣ ਸਮਝਣ ਵਾਲੀ ਗੱਲ ਹੈ, ਚਲੋ ਅਗਲੇ ਦੀ ਜ਼ਿੰਦਗੀ ਹੈ, ਉਹ ਸਿਰ ਖਪਾ ਸਕਦਾ, ਖਪਾਈ ਚੱਲੇ, ਉਹਦੇ ਨਾਲ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਪਰ ਸਮਝਣ ਵਾਲੀ ਗੱਲ ਹੈ ਵੀ ਵਿਚਾਰਾ ਭਾਰ ਕਿੰਨਾ ਚੁੱਕਦਾ ਹੈ। 24 ਘੰਟੇ ਚੇਤੇ ਰੱਖਣੀਆਂ ਗੱਲਾਂ ਕਿਹੜੀਆਂ ਸੌਖੀਆਂ ਨੇ, ਇਹਨਾਂ ਚੇਤਾ ਰੱਖਣਾ ਵੀ ਕਿਹੜੇ ਵੇਲੇ ਕਿੰਨੇ ਕਿੱਥੇ ਕੀ, ਇਹ ਕਿਤੇ ਸੌਖਾ ਕੰਮ ਹੈ, ਮਿਹਨਤ ਬਹੁਤ ਹੈ। ਪਰ ਇਹਨੂੰ ਲੱਭਦਾ ਕੀ ਇਹਦੇ 'ਚੋਂ? ਕਈ ਵਾਰ ਖੁਦ ਨੂੰ ਪੜਤਾਲਣ ਦੀ ਕੋਸ਼ਿਸ਼ ਕਰੀਏ ਨਾ ਤੇ ਹੈਰਾਨ ਰਹਿ ਜਾਈਦਾ ਹੈ। ਬਾਣੀ ਦਾ ਕੋਈ ਪ੍ਰਮਾਣ ਭੁੱਲ ਜਾਏ, ਕੋਈ ਸ਼ਬਦ ਭੁੱਲ ਜਾਏ, ਕਿਸੇ ਦਾ ਨੰਬਰ ਭੁੱਲ ਜਾਏ, ਕਿਸੇ ਦਾ ਨਾਂ ਭੁੱਲ ਜਾਏ, ਤੇ ਬੰਦਾ ਸੋਚਦਾ ਹੈ ਕਮਾਲ ਹੈ, ਜਿਨ੍ਹਾਂ ਗੱਲਾਂ ਦੀ ਕੋਈ ਵੈਲਿਊ ਨਹੀਂ ਉਹ ਚੇਤੇ ਨੇ, ਤੇ ਜਿਹੜੀਆਂ ਜ਼ਰੂਰੀ ਸੀ ਉਹ ਭੁੱਲਦੀਆਂ ਜਾਂਦੀਆਂ ਨੇ। ਵੀ ਚੱਲ ਕੀ ਰਿਹਾ, ਹੋ ਕੀ ਰਿਹਾ ਮੇਰੇ ਨਾਲ, ਜਿਨ੍ਹਾਂ ਗੱਲਾਂ ਦਾ ਮੇਰੀ ਜ਼ਿੰਦਗੀ 'ਚ ਕੋਈ ਮਾਇਨਾ ਨਹੀਂ ਹੈ ਉਹ ਸਾਰੀਆਂ ਚੇਤੇ ਨੇ, ਤੇ ਜਿਹੜੀਆਂ ਗੱਲਾਂ ਮੇਰੇ ਰੋਜ਼ ਕੰਮ ਆਉਣ ਵਾਲੀਆਂ ਨੇ, ਜਿਨ੍ਹਾਂ ਮੇਰੇ ਜੀਵਨ ਨੂੰ ਸਵਾਰਨਾ, ਉਹ ਚੇਤੇ ਹੀ ਕੋਈ ਨਹੀਂ। ਤੇ ਇਸ ਵਾਸਤੇ ਜਿਹੜੀ ਹੈ ਉਹ ਜਿੱਥੇ ਸੁਰਤ ਲੱਗੀ ਹੈ, ਜੇ ਹੀ ਸੁਰਤ ਤੇ ਹੈ ਰਾਹ ਜਾਏ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਵੀ ਮੈਂ ਦੂਜੇ ਵੱਲੋਂ ਵੰਡੇ ਜਾ ਰਹੇ ਜ਼ਹਿਰ ਨੂੰ ਵੀ, ਜਿਹੜਾ ਜ਼ਹਿਰ ਹੁੰਦਾ ਨਾ, ਜ਼ਹਿਰ ਸੰਖੀਆ, ਸਿਆਣਾ ਵੈਦ ਉਹਨੂੰ ਵੀ ਦਵਾਈ ਬਣਾ ਲੈ। ਸਿਆਣਾ ਵੈਦ ਉਹਦੀ ਦਵਾਈ ਬਣਾ ਲੈਂਦਾ, ਉਹਦੀ ਮਾਤਰਾ ਵਧਾ ਘਟਾ ਕੇ, ਉਹਦੇ ਜ਼ਹਿਰੀਲੇ ਤੱਤ ਕੱਢ ਕੇ, ਉਹਦੇ ਸੁਧਰੇ ਤੱਤ ਵਰਤ ਕੇ, ਉਹਨੂੰ ਦਵਾਈਆਂ 'ਚ ਪਾ ਕੇ ਮਾਤਰਾ ਮੁਤਾਬਕ ਤੇ ਬਿਮਾਰ ਨੂੰ ਦਿੰਦਾ, ਉਹਦੀ ਬਿਮਾਰੀ ਖੰਡੀ ਜਾਂਦੀ, ਰੋਗ ਦੂਰ ਹੋ ਜਾਂਦਾ। ਤੇ ਮੂਰਖ ਹੋਵੇ ਨਾ, ਮੂਰਖ, ਹੁਣ ਵੇਖੋ ਇੱਕ ਵਿਚਾਰਵਾਨ ਨੇ ਲਿਖਿਆ, ਕਹਿੰਦਾ ਬੰਦਾ ਭੁੱਖਾ ਵੀ ਮਰਦਾ ਹੈ, ਕਿਸੇ ਨੂੰ ਭੁੱਖੇ ਰੱਖੀ ਛੱਡੋ ਤੇ ਮਰਨਾ ਹੀ ਉਹਨੇ, ਤੇ ਖਾ ਕੇ ਵੀ ਮਰਦਾ ਹੈ। ਜ਼ੁਬਾਨ ਤੇ ਕੰਟਰੋਲ ਨਾ ਰੱਖੇ ਤੇ ਤਾਂ ਵੀ ਮਰਨ ਛੇਤੀ ਹੋ ਜਾਂਦਾ। ਹੁਣ ਬਿਮਾਰੀ ਹੋਵੇ, ਡਾਕਟਰ ਨੇ ਕਿਹਾ ਨਾ ਨਾ ਇਹ ਨਹੀਂ ਕਰਨਾ, ਤੇ ਬੰਦਾ ਆਖੇ ਫਿਰ ਕੀ ਹੈ, ਮਰੇਗਾ ਹੀ ਨਾ, ਉਹ ਦਵਾਈ ਉਹਦੇ ਤੇ ਉਨੀ ਅਸਰ ਨਹੀਂ ਕਰੇਗੀ। ਭੁੱਖਾ ਵੀ ਮਰਦਾ ਹੈ ਤੇ ਖਾ ਕੇ ਵੀ ਮਰਦਾ। ਖਾ ਕੇ ਉਦੋਂ ਮਰਦਾ ਹੈ ਜਦੋਂ ਜ਼ੁਬਾਨ ਤੇ ਕੰਟਰੋਲ ਨਾ ਹੋਵੇ, ਤੇ ਭੁੱਖਾ ਉਦੋਂ ਮਰਦਾ ਜਦੋਂ ਬਿਲਕੁਲ ਹੀ ਲੱਭੇ ਥਿਆਏ ਕੱਖ, ਮਿਲੇ ਕੱਖ ਨੂੰ, ਤੇ ਸਰੀਰ ਦੀ ਸੱਤਿਆ ਖਤਮ ਹੋ ਜਾਏ। ਹੁਣ ਜਿਹੜਾ ਦਾਨਾ ਬੰਦਾ ਹੈ, ਉਸਨੇ ਜ਼ਹਿਰ ਨੂੰ ਵੀ ਦਵਾਈ ਵਿੱਚ ਵਰਤ ਕੇ ਰੋਗ ਦੂਰ ਕਰਨ ਲਈ ਉਹਦੀ ਵਰਤੋਂ ਕਰ ਲੈਣੀ, ਉਹਨੂੰ ਯੂਜ਼ ਕਰ ਲੈਣਾ। ਜਿਹੜਾ ਬੇਅਕਲ ਹੋਇਆ ਉਹਨੂੰ ਤੁਸੀਂ ਅੰਮ੍ਰਿਤ ਦਾ ਵੱਡਾ ਸਾਰਾ ਪਿਆਲਾ ਦੇ ਦਿਓ, ਪੀ ਕੇ ਆਫਰ ਜਾਏ, ਉਹਨੂੰ ਵੀ ਪੀਣ ਦਾ ਸਵਾਦ ਨਹੀਂ ਆਏਗਾ, ਤਕਨੀਕ ਨਹੀਂ ਹੈ ਉਹਨੂੰ। ਤਾਂ ਮੂਰਖ ਦੀ ਉਸਤਤ ਕਈ ਵਾਰ ਉਹਨੂੰ ਜ਼ਹਿਰ ਵਾਂਗ ਲੱਗਦੀ ਹੈ, ਤੇ ਦਾਨੇ ਬੰਦੇ ਨੂੰ ਨਿੰਦਾ ਵੀ ਅੰਮ੍ਰਿਤ ਵਾਂਗ ਲੱਗਦੀ ਹੈ। ਇਸ ਤਰ੍ਹਾਂ ਵੀ ਵਾਪਰ ਜਾਂਦਾ ਹੈ ਕਈ ਵਾਰ। ਤੁਸੀਂ ਮੂਰਖ ਨੂੰ ਚੜ੍ਹਾ ਦਿਓ ਨਾ ਸਿਰ ਨੂੰ, ਕਹੋ ਬਹੁਤ ਵਧੀਆ, ਕਮਾਲ ਹੈ, ਉਹ ਕਿਸੇ ਨੂੰ ਪੱਲੇ ਬੰਨਣ ਲੱਗਾ, ਉਹਨੂੰ ਆਪਣੀ ਮੂਰਖਤਾ ਹੀ ਵੀ ਖੂਬੀ ਦੱਸਣ ਲੱਗ ਪੈਣੀ, ਕਿਉਂਕਿ ਉਹਨੂੰ ਇਹ ਨਹੀਂ ਲੱਗਦਾ ਹੁੰਦਾ ਵੀ ਮੈਨੂੰ ਮਖੌਲ ਕੀਤਾ ਜਾ ਰਿਹਾ। ਕੋਈ ਮੂਰਖਤਾਈ ਦਾ ਕੰਮ ਕਰੇ ਨਾ ਤੇ ਆਪਾਂ ਨੂੰ ਜਾ ਕੇ ਵੈਸੇ ਕਰੇ, ਤੂੰ ਜੋ ਕੀਤਾ ਹੈ ਨਾ ਦੁਨੀਆ 'ਚ ਕਰ ਨਹੀਂ ਸਕਦਾ ਕੋਈ, ਤੇ ਉਹਨੂੰ ਮੂਰਖ ਨੂੰ ਸਮਝ ਨਹੀਂ
ਵੀ ਇਹ ਮੈਨੂੰ ਕਹਿ ਕੇ ਕਿਸ ਭਾਵਨਾ ਨਾਲ ਰਹੇ ਨੇ, ਉਹਨੇ ਸਮਝਣਾ ਖੋਰੇ ਮੈਨੂੰ ਸ਼ਾਬਾਸ਼ ਦੇ ਰਹੇ ਨੇ, ਤੇ ਉਹਨੇ ਅਗਲੀ ਮੂਰਖਤਾ ਉਦੋਂ ਜ਼ਿਆਦਾ ਜ਼ੋਰ ਨਾਲ ਕਰਨੀ, ਜ਼ਿਆਦਾ ਸਪੀਡ ਨਾਲ ਕਰਨੀ, ਔਰ ਬੜੀ ਵੱਡੀ ਕਰੇਗਾ। ਤੋ ਇਹੀ ਕਾਰਨ ਹੈ ਗਰੀਬ ਨਵਾਜ਼ ਪਾਤਸ਼ਾਹ ਇਸ ਪਾਵਨ ਸ਼ਬਦ ਵਿੱਚ ਜੋ ਕਥਦੇ ਹਨ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ। ਇਹ ਲੋਗੋ, ਲੋਕ ਮੈਨੂੰ ਨਿੰਦਦੇ ਹਨ, ਠੀਕ ਹੈ, ਭਲਾ ਹੈ, ਭਲੇ ਹੀ ਨਿੰਦੀ ਚੱਲੋ, ਭਲੇ ਹੀ ਤੁਸੀਂ ਆਪਣਾ ਕੰਮ ਕਰੀ ਚੱਲੋ, ਭਾਵ ਤੁਸੀਂ ਜੋ ਕਰ ਰਹੇ ਹੋ ਭਾਈ ਕਰੀ ਚੱਲੋ। ਪਰ ਮੈਂ ਇੱਕ ਗੱਲ ਸਾਫ਼ ਕਰ ਦਿਆਂ, ਤਨ ਮਨ ਰਾਮ ਪਿਆਰੇ ਜੋਗ। ਮੇਰਾ ਤਨ ਭਾਵ ਮੇਰਾ ਇਹ ਜੀਵਨ ਤੇ ਮੇਰਾ ਮਨ, ਮੇਰੇ ਅੰਦਰ ਦੇ ਖਿਆਲਾਤ, ਮੇਰੇ ਅੰਦਰ ਦੇ ਸੰਕਲਪ ਮੇਰੇ ਪਰਮੇਸ਼ਰ ਵਾਹਿਗੁਰੂ ਸਰਵ ਵਿਆਪੀ ਅਕਾਲ ਪੁਰਖ ਨੂੰ ਸਮਰਪਿਤ ਨੇ। ਮੈਂ ਉਸ ਥਾਂ ਤੇ ਹੀ ਨਹੀਂ ਹਾਂ ਜਿੱਥੇ ਤੁਹਾਡੀ ਉਸਤਤ ਮੇਰੇ ਲਈ ਰੋਗ ਬਣੇ, ਜਿੱਥੇ ਤੁਹਾਡੀ ਨਿੰਦਾ ਮੇਰੇ ਲਈ ਰੋਗ ਬਣੇ, ਮੈਂ ਉੱਥੇ ਹੈ ਹੀ ਨਹੀਂ। ਸਮਝੋ ਵੀ ਮੈਂ ਉਥੋਂ ਤੁਹਾਡੇ ਸਾਹਮਣੇ ਹੁੰਦਾ ਵੀ ਮੈਂ ਗੈਰ ਹਾਜ਼ਰ ਹਾਂ, ਤੁਸੀਂ ਮੇਰੀ ਵਡਿਆਈ ਕਰੋ ਤੇ ਮੈਂ ਹੰਕਾਰਿਆ ਜਾਵਾਂ, ਤੁਸੀਂ ਮੇਰੀ ਨਿੰਦਾ ਕਰੋ ਤੇ ਮੈਂ ਢਹਿੰਦੀ ਕਲਾ ਦੀ ਖੱਡ 'ਚ ਡਿੱਗ ਕੇ ਆਪਣਾ ਆਪ ਤਬਾਹ ਕਰਦਾ ਰਹਾਂ, ਮੈਂ ਉੱਥੇ ਹਾਜ਼ਰ ਹੀ ਨਹੀਂ। ਸਮਝੋ ਕਲਬੂਤ ਖੜਾ ਮੇਰਾ, ਸਰੀਰ ਖੜਾ ਮੇਰਾ, ਤੇ ਇਹ ਵੀ ਮੇਰਾ ਹੀ ਨਹੀਂ, ਇਹ ਤਾਂ ਮੇਰੇ ਪਰਮੇਸ਼ਰ ਦੀ ਅਮਾਨਤ ਹੈ। ਧੰਨ ਗੁਰੂ ਅਰਜਨ ਸਾਹਿਬ ਦਾ ਕਿੰਨਾ ਪਿਆਰਾ ਵਾਕ, ਅਬ ਹਮ ਚੱਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ ਲੋਕਨ ਕੀ ਚਤੁਰਾਈ, ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ। ਸਮਰਪਣ ਹੋਣ ਦਾ ਅਰਥ ਹੀ ਇਹ ਹੈ। ਤਾਂ ਪਹਿਲੇ ਵਾਕ ਵਿੱਚ ਫਰਮਾਉਂਦੇ, ਮੈਂ ਬੌਰੀ ਮੇਰਾ ਰਾਮ ਪਧਾਰ। ਸਰਵ ਵਿਆਪਕ ਪਰਮੇਸ਼ਰ ਵਾਹਿਗੁਰੂ ਮੇਰਾ ਖਸਮ ਹੈ, ਮੇਰਾ ਕੰਤ ਹੈ, ਮੇਰਾ ਮਾਲਕ ਹੈ। ਮੈਂ ਤਾਂ ਝੱਲੀ ਜਿੰਦ ਉਸ ਦੇ ਨਾਮ, ਉਸ ਦੇ ਗੁਣਾਂ ਤੇ ਉਸ ਦੀ ਇਬਾਦਤ ਦੀ ਦੀਵਾਨੀ ਹਾਂ। ਮੇਰੀ ਇੱਕ ਕਮਲੀ ਜਿੰਦ ਜਿਹੜੀ ਹੈ ਤਾਂ ਉਹਦੇ ਲੜ ਲੱਗੀ ਹੋਈ ਹੈ, ਤੇ ਪਰਿਵਾਰ ਦਾ ਜੀ ਭਾਵੇਂ ਕਿਹੋ ਜਿਹਾ ਵੀ ਹੋਵੇ, ਸਾਡੀ ਇੱਜ਼ਤ ਆਬਰੂ ਹੁੰਦਾ ਹੈ, ਸਾਡਾ ਮਾਣ ਸਨਮਾਨ ਹੁੰਦਾ ਹੈ, ਤਾਂ ਅਸੀਂ ਉਹਦੇ ਹੱਕ 'ਚ ਖੜਦੇ ਹੀ ਖੜਦੇ ਹਾਂ। ਤੇ ਮੇਰੀ ਇਹ ਜਿੰਦ ਭਾਵੇਂ ਕਮਲੀ ਹੈ, ਝੱਲੀ ਹੈ, ਜਿਹੋ ਜਿਹੀ ਵੀ ਹੈ, ਪਰਮੇਸ਼ਰ ਵਾਹਿਗੁਰੂ ਦਾ ਇਹਨੇ ਲੜ ਫੜਿਆ। ਫਿਰ ਕਹਿੰਦੇ ਨੇ ਰਚ ਰਚ ਤਾਕੋ ਕਰੋ ਸ਼ਿੰਗਾਰ। ਮੈਂ ਜਿੰਨੇ ਵੀ, ਕਿਉਂਕਿ ਧਰਮੀ ਬੰਦੇ ਦਾ ਜਿਹੜਾ ਸ਼ਿੰਗਾਰ ਹੈ ਉਹ ਕਰਮ ਦਾ ਸ਼ਿੰਗਾਰ ਹੈ। ਭਰਤਾ ਕਹੈ ਸੋ ਮਾਨੀਐ, ਇਹ ਸ਼ਿੰਗਾਰ ਬਣਾਏ। ਪਰਮੇਸ਼ਰ ਦੇ ਪਿਆਰੇ ਦੇ ਹੁਕਮ ਵਿੱਚ ਰਾਜ਼ੀ ਰਹਿਣਾ, ਉਹਦੀ ਰਜ਼ਾ ਮੁਤਾਬਕ ਚੱਲਣਾ, ਭਾਣਾ ਮਿੱਠਾ ਕਰਕੇ ਮੰਨਣਾ, ਕਰਮ ਦੀ ਪਵਿੱਤਰਤਾ ਕਾਇਮ ਰੱਖਣੀ, ਇਹ ਸ਼ਿੰਗਾਰ ਹੈ ਧਰਮੀ ਮਨੁੱਖ ਦਾ। ਵਾਹਿਗੁਰੂ ਇਸ ਸ਼ਿੰਗਾਰ ਦੇ ਉੱਤੇ ਰੀਝਦਾ। ਕਹਿੰਦੇ ਨੇ ਮੈਂ ਬੜੇ ਚਾਅ ਨਾਲ ਇਹਨਾਂ ਕਰਮਾਂ ਦਾ ਸ਼ਿੰਗਾਰ ਫੱਬ ਕੇ ਕਰਦਾ। ਮੇਰਾ ਕਰਮ ਹੀ ਮੇਰਾ ਸ਼ਿੰਗਾਰ ਹੈ ਜਿਹੜਾ ਉਹਨੂੰ ਪਸੰਦ ਹੈ। ਬਾਕੀ ਤਾਂ ਵਿਖਾਵਿਆਂ ਦੇ ਸ਼ਿੰਗਾਰ ਜਿੰਨੇ ਮਰਜ਼ੀ ਮੈਂ ਕਰਮ ਕਾਂਡਾਂ ਦੇ ਕਰ ਲਾਂ, ਹੋਰ ਜਿੰਨੇ ਮਰਜ਼ੀ ਚਿੰਨ੍ਹ ਧਾਰਨ ਕਰ ਲਾਂ, ਉਹ ਸਾਰੇ ਸ਼ਿੰਗਾਰ ਜਿਹੜੇ ਨੇ ਉਹ ਤਾਂ ਹਜ਼ੂਰ ਨੇ ਬਾਣੀ ਦੇ ਵਿੱਚ ਕਹਿ ਦਿੱਤਾ ਹੈ, ਕਿਤੇ ਨਾ ਆਵੇ ਕੰਮ, ਉਹ ਕਿਸੇ ਲੇਖੇ ਵਿੱਚ ਨਹੀਂ ਪੈਂਦੇ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ, ਕਿਸੇ ਕੰਮ ਨਹੀਂ ਆਉਣੇ ਜੇ ਤੂੰ ਉਹਦੀ ਰਜ਼ਾ 'ਚ ਹੀ ਰਾਜ਼ੀ ਨਹੀਂ। ਹੁਣ ਇਸਤਰੀ ਦਾ, ਪੁਰਸ਼ ਦਾ, ਪਤੀ ਪਤਨੀ ਦਾ ਜਿਹੜਾ ਸੰਬੰਧ, ਉਹਦੇ 'ਚ ਹੁਣ ਇੱਕ ਜੀ ਫੱਬ ਕੇ ਹੀ ਤੁਰਿਆ ਫਿਰੇ ਤੇ ਪਾਣੀ ਦੀ ਘੁੱਟ ਵੀ ਨਾ ਕਰੇ ਪੁੱਛੇ, ਤੇ ਉਹਨਾਂ ਦੀ ਜਦੋਂ ਬਣਨੀ ਨਹੀਂ, ਕਰਮ ਹੀ ਨਹੀਂ, ਸੁਭਾਅ ਹੀ ਨਹੀਂ ਰਲਦਾ, ਤੇ ਸ਼ਿੰਗਾਰ ਉੱਥੇ ਕੀ ਕਰ ਲੈਣਗੇ? ਰਿਸ਼ਤਾ ਸ਼ਿੰਗਾਰ ਨੇ ਥੋੜ੍ਹਾ ਚਲਾਉਣਾ ਹੈ। ਵਿਚਾਰਾਂ ਦੇ ਆਦਾਨ ਪ੍ਰਦਾਨ, ਇੱਕ ਦੂਜੇ ਨਾਲ ਸਮਰਪਣ, ਹਲੇਮੀ, ਧੀਰਜ, ਮਿੱਠ ਬੋਲੜਾ ਸੁਭਾਅ, ਇੱਕ ਦੂਜੇ ਨਾਲ ਅੰਡਰਸਟੈਂਡਿੰਗ ਨਾਲ ਚੱਲ, ਸਮਝਦਾਰੀ ਨਾਲ ਚੱਲ। ਤੇ ਜੇ ਉਹ ਗੁਣ ਨਾ ਹੋਏ ਤੇ ਰਿਸ਼ਤਾ ਅੱਗੇ ਵਧਣਾ ਹੀ ਨਹੀਂ। ਕੱਪੜੇ ਜਿੰਨੇ ਮਰਜ਼ੀ ਦੋਵਾਂ ਨੇ ਮਹਿੰਗੇ ਪਾਏ ਹੋਣ, ਸ਼ਿੰਗਾਰ ਜਿੰਨੇ ਮਰਜ਼ੀ ਦੋਵਾਂ ਨੇ ਚੰਗੇ ਕੀਤੇ ਹੋਣ। ਤੋ ਗਰੀਬ ਨਵਾਜ਼ ਮਹਾਰਾਜ ਕਹਿੰਦੇ ਹਨ, ਬਾਦ ਵਿਵਾਦ ਕਾਹੂ ਸਿਓ ਨਾ ਕੀਜੈ, ਰਸਨਾ ਰਾਮ ਰਸਾਇਨ ਪੀਜੈ। ਹੇ ਭਾਈ, ਮੈਂ ਕਿਸੇ ਨਾਲ ਵੀ ਕੋਈ ਨਿੰਦਾ, ਮੈਂ ਵਾਦ ਵਿੱਚ ਨਹੀਂ ਪੈਂਦਾ, ਮੈਂ ਉਸ ਨਾਲ ਉਲਝਦਾ ਨਹੀਂ, ਕਿਉਂਕਿ ਉਹਦਾ ਤੇ ਕੰਮ ਹੀ ਹੈ ਉਲਝਾਉਣਾ, ਉਹਦਾ ਤੇ ਕੰਮ ਹੀ ਹੈ ਮੇਰੀ ਸੁਰਤ ਨੂੰ ਖੰਡਾਉਣਾ, ਮੇਰੇ ਅੰਦਰ ਨੂੰ ਤਕਲੀਫ ਪਹੁੰਚਾਉਣਾ। ਉਹ ਤਾਂ ਲੱਗਾ ਹੀ ਇਸ ਕੰਮੇ ਹੋਇਆ।
ਮੈਂ ਕੀ ਕਰਦਾ ਇਸ ਦੀ ਜਗ੍ਹਾ ਤੇ? ਰਸਨਾ ਰਾਮ ਰਸਾਇਣ ਪੀਜੈ। ਮੈਂ ਆਪਣੀ ਰਸਨਾ ਨਾਲ ਸਾਰੇ ਰਸਾਂ ਦੇ ਆਤਮਕ ਆਨੰਦ ਦੇ ਸੋਮੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਰਸ ਪੀਣਾ, ਉਹਦੀ ਸਿਫਤ ਕਰਦਾ, ਚੰਗੇ ਬੋਲ ਬੋਲਦਾ, ਭਲੇ ਦੀ ਗੱਲ ਕਹਿਣਾ। ਫਿਰ ਫਰਮਾਉਂਦੇ ਹਨ, ਅਬ ਜੀ ਜਾਨ ਐਸੀ ਬਨਿਆਈ। ਹੁਣ ਜੀ ਕਰਕੇ ਜਾਣ ਲਿਆ ਤੇ ਮੇਰੇ ਅੰਦਰ ਦੀ ਮਨੋ ਅਵਸਥਾ, ਮੇਰੀ ਸੁਰਤ ਇਹੋ ਜਿਹੀ ਬਣ ਗਈ ਹੈ, ਭਾਵ ਮੇਰੇ ਅੰਦਰ ਦਾ ਜੀਵਨ ਇਹੋ ਜਿਹਾ ਬਣ ਗਿਆ ਹੈ। ਮਿਲੋਂ ਗੋਪਾਲ ਨਿਸ਼ਾਨ ਬਜਾਈ। ਤੇ ਮੈਨੂੰ ਹੁਣ ਕੋਈ ਸੰਗ ਤੇ ਝਿਜਕ ਨਹੀਂ ਰਹਿ ਗਈ। ਕੋਈ ਨੇਕ ਅਮਲ ਕਰਨਾ ਹੋਵੇ, ਚੰਗਾ ਕਰਮ ਕਰਨਾ ਹੋਵੇ, ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਦੀ ਗੱਲ, ਉਹਦੇ ਹੁਕਮ ਵਿੱਚ ਰਾਜ਼ੀ ਰਹਿਣਾ, ਰਜ਼ਾ 'ਚ ਚੱਲਣਾ, ਭਾਣਾ ਮੰਨਣਾ, ਰੱਬੀ ਗੁਣ ਧਾਰਨ ਕਰਨੇ, ਉਹ ਜਿਹੜੇ ਉੱਤਮ ਜੀਵਨ ਵਾਲੇ ਜਿਹੜੇ ਗੁਣ ਹਨ, ਉਹ ਜਿਹੜੀ ਇਬਾਦਤ ਹੈ, ਉਹ ਜਿਹੜੀ ਬੰਦਗੀ ਹੈ, ਉਹ ਕਰਮ ਕਰਦਿਆਂ ਨਾ ਤਾਂ ਮੈਨੂੰ ਝਿਜਕ ਆਉਂਦੀ ਹੈ, ਨਾ ਮੈਨੂੰ ਸੰਗ ਲੱਗਦੀ ਹੈ, ਤੇ ਨਾ ਮੈਨੂੰ ਕਿਸੇ ਦਾ ਡਰ ਹੈ। ਮੈਂ ਉਹ ਕਰਮ ਕਰਦਾ, ਮਿਲੋਂ ਗੋਪਾਲ ਨਿਸ਼ਾਨ। ਨਿਸ਼ਾਨ ਕਹਿੰਦੇ ਨੇ ਧੌਂਸਾ, ਨਗਾਰੇ ਤੇ ਚੋਟ ਜਾਂ ਢੋਲ ਵਜਾ ਕੇ, ਜਿਹਨੂੰ ਆਪਾਂ ਕਹਿੰਦੇ ਵੀ ਦੁਨੀਆ ਨੂੰ ਦੱਸ ਕੇ ਪਤਾ ਲੱਗੇ, ਲੋਕੇ ਨਹੀਂ ਕਰ ਰਿਹਾ ਮੈਂ ਕੰਮ, ਮੈਂ ਜੋ ਹਾਂ ਉਹ ਦੁਨੀਆ ਸਾਹਮਣੇ। ਮੈਂ ਲੁਕਦਾ ਨਹੀਂ, ਮੈਂ ਡਰਦਾ ਵੀ ਨਹੀਂ, ਤੇ ਮੈਨੂੰ ਸੰਗ ਵੀ ਕੋਈ ਨਹੀਂ। ਅਸੀਂ ਆਮ ਤੌਰ ਤੇ ਕੋਈ ਚੰਗਾ ਕੰਮ ਜਾਂ ਤਾਂ ਸੰਗਦੇ ਹਾਂ ਜਾਂ ਝਿਜਕ ਜਾਂਦੇ ਹਾਂ, ਪਤਾ ਨਹੀਂ ਲੋਕ ਕੀ ਆਖਣਗੇ, ਜਾਂ ਫਿਰ ਸਾਨੂੰ ਡਰ ਹੁੰਦਾ ਹੈ, ਪਰ ਉਹ ਇੱਥੇ ਨਹੀਂ ਹੈ। ਤੋ ਭਗਤ ਜੀ ਅਖੀਰਲੀਆਂ ਪੰਕਤੀਆਂ 'ਚ ਫਰਮਾਉਂਦੇ ਨੇ, ਉਸਤਤ ਨਿੰਦਾ ਕਰੈ ਨਰ ਕੋਈ। ਕੋਈ ਮੇਰੀ ਪਿਆ ਫੋਕੀ ਵਡਿਆਈ ਕਰੇ, ਕੋਈ ਨਿੰਦਾ ਕਰੇ, ਮੈਂ ਇਹਨਾਂ ਗੱਲਾਂ ਦੇ ਅਸਰ ਹੀ ਨਹੀਂ ਕਬੂਲਦਾ। ਨਾਮੇ ਸ੍ਰੀ ਰੰਗ ਭੇਟਲ ਸੋਈ। ਨਾਮਦੇਵ ਉਸ ਪ੍ਰਕਿਰਤੀ ਦੇ ਪਤੀ, ਸਰਬ ਸੰਸਾਰ ਦੇ ਮਾਲਕ ਪਰਮੇਸ਼ਰ ਵਾਹਿਗੁਰੂ ਦੇ ਪ੍ਰੇਮ ਵਿੱਚ ਭਿੱਜਿਆ ਹੋਇਆ, ਰੰਗਿਆ ਹੋਇਆ ਹੈ, ਤੇ ਮੈਂ ਆਤਮਕ ਮਿਲਾਪ ਉਹਦਾ ਮਾਣ ਰਿਹਾ ਹਾਂ। ਮੈਂ ਸੁਰਤ ਕਰਕੇ ਉਹਦੀ ਨੇੜਤਾ, ਉਹਦੀ ਹਜ਼ੂਰੀ ਮਾਣ ਰਿਹਾ ਹਾਂ। ਹਰ ਵੇਲੇ ਉਹਦੇ ਨਾਲ ਇੱਕ ਸੁਰ ਹਾਂ। ਸਾਹਿਬ ਕਿਰਪਾ ਕਰਨੇ ਸ਼ਬਦ ਦਾ ਉਪਦੇਸ਼ ਸਾਡੇ ਮਨ ਹਿਰਦਿਆਂ ਵਿੱਚ ਵਸੇ। ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਾਰੀ ਸੰਗਤ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।